सतनाम श्री वाहिगुरु साहिब जी। तेरे कवन कवन गुण का गावा, तू साहिब गुणी निदाना। तुमरी महिमा बर न सकूं, तू ठाकुर ऊच भगवान। मैं ताण दे बाण तू है मेरे स्वामी, मैं तुदे आगे अरदास। मैं होर थां नाही जिस पै करूं बिनती, मेरा दुख सुख तुझ ही पास। सतनाम श्री वाहिगुरु साहिब जीओ। देव गंधारी मन सगल सियाणप रही, करन करावन हार स्वामी। नानक ओट गही रहा, मन सगल सियानप रही। करन करावन हार स्वामी, नानक ओट गही रहा। आप मेट पए शरणाई, एह मत साधु कही। प्रभ की आज्ञा मान सुख पाया, भरम अंधेरा लही। जान प्रवीण स्वामी प्रभ मेरे, शरण तुम्हारी अही। खिनमा था पुथा पनहारे, कुदरत कीम न पही। जान प्रवीण स्वामी प्रभ मेरे, शरण तुम्हारी अही। खिनमा था पुथा पनहारे, कुदरत कीम न पही। वाहिगुरु जी का खालसा, वाहिगुरु जी की फतेह। जुग हो जुग अटल, चवर छत्र दे मालक, जागदी जोत धन धन साहिब श्री गुरु ग्रंथ साहिब जी की पावन पवित्र हजूरी अंदर सुभायमान गुरु रूप गुरु प्यारी साध संगत जीओ। सतगुरां ने पार रहमत बख्शिश की। धन धन साहिब श्री गुरु रामदास साहिब जी की पवित्र नगरी हरमंदर साहिब विखे जो अज अमृत वेले सतगुरां ने अपने पवित्र सिंघासन ते विराजमान हो के सानू जिंदगी विच कमाण वास्ते उपदेश बख्शिया है। सतगुरां दी रहमत बख्शिश जो इस पवित्र हुक्म दे राही पातशाह साडे ते कर रहे ने। आओ करिए सतगुरां दे चरनां विच अरदास कि पातशाह रहमत ते बख्शिश करन, अपने अमोलक बचनां दे विचार आप ही करा लैण। स्वाब समूह संगतां बख्शो असीस ते बड़े ही प्यार ते अदब दे नाल उचारण करो सतनाम श्री वाहिगुरु। अज दा पावन पवित्र बचन राग देव गंधारी, पंचम गुरुदेव धन धन साहिब श्री गुरु अर्जन देव साहिब जी के पावन पवित्र रसना तो उचारण किया होया पवित्र बचन है। पातशाह अज दे इस पवित्र बचना दे राही सानू जो बख्शिश करते हैं। सतगुरां ने हुक्म बख्शिया, तीन उपदेश सतगुरां ने कीते ने। पहला बचन कि जदों जग्यासू परमेश्वर की शरण विच आके अपने मन की सियाणपां नूं चतराइयां नूं छड्डदा है, तां ही उस परमेश्वर के दर ते पहुँच बनती है। दूजे बचन कि गुरु की बख्शी हुई मत जिस मनुख ने हासिल कर ली, उन्होंने गुरु के बचनों विच गुरु के हुक्म विच रहना आ गया
ਤੇ ਜਿਹਨੇ ਉਸ ਪਰਮੇਸ਼ਵਰ ਦੇ ਭਾਣੇ ਵਿੱਚ ਰਹਿਣਾ ਸਿੱਖ ਲਿਆ, ਗੁਰੂ ਕੀ ਆਗਿਆ ਵਿੱਚ ਤੁਰਨਾ ਸਿੱਖ ਲਿਆ, ਫਿਰ ਪਾਤਸ਼ਾਹ ਕਹਿੰਦੇ ਨੇ ਕਿ ਉਸ ਪਰਮੇਸ਼ਵਰ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਪ੍ਰਭੂ ਤੇਰੀ ਸ਼ਰਨ ਵਿੱਚ ਆਇਆ, ਹੁਣ ਮੇਰੇ ਤੇ ਕਿਰਪਾ ਕਰ, ਮੈਨੂੰ ਰੱਖ ਲੈ। ਸਤਿਗੁਰਾਂ ਨੇ ਬਚਨ ਦੀ ਆਰੰਭਤਾ ਕੀਤੀ, ਮਨ ਸਗਲ ਸਿਆਣਪ ਰਹੀ, ਕਰਨ ਕਰਾਵਨ ਹਾਰ ਸੁਆਮੀ ਨਾਨਕ ਓਟ ਗਹੀ ਰਹਾਉ। ਸਤਿਗੁਰੂ ਜੀ ਬਚਨ ਕਰਦੇ ਸਮਝਾਉਂਦੇ ਨੇ ਕਿ ਜਦੋਂ ਤੱਕ ਮਨੁੱਖ ਆਪਣੇ ਜੀਵਨ ਨੂੰ ਕੇਵਲ ਆਪਣੀ ਸਿਆਣਪ, ਆਪਣੀ ਚਤਰਾਈਆਂ ਦੇ ਨਾਲ ਚੱਲਦਾ ਹਾਂ, ਤੇ ਇਸ ਜੀਵਨ ਦਾ ਮੁਕਾਮ ਫਿਰ ਪਰਮਾਤਮਾ ਨਹੀਂ, ਇਹ ਕੇਵਲ ਸੰਸਾਰੀ ਤੌਰ ਤੇ ਆਪਣੇ ਜੀਵਨ ਨੂੰ ਬਤੀਤ ਪਿਆ ਕਰਦਾ। ਹੁਣ ਉਸ ਪਰਮਾਤਮਾ ਨੇ ਬਖਸ਼ੀ ਹੋਈ ਦਾਤ, ਇਹ ਮਨੁੱਖਾ ਸਰੀਰ, ਇਹਦੇ ਵਿੱਚ ਬੁੱਧੀ, ਇਹਦੇ ਵਿੱਚ ਅਕਲ ਦਾ ਬਹੁਤ ਵੱਡਾ ਹਿੱਸਾ ਸੰਸਾਰ ਦੇ ਵਿੱਚ ਜਿਉਣ ਵਾਸਤੇ ਕੰਮ ਆਉਂਦਾ, ਕਿਉਂਕਿ ਮਨੁੱਖ ਨੂੰ ਬੁੱਧੀਜੀਵੀ ਕਿਹਾ ਗਿਆ, ਬੁੱਧੀ ਦੀ ਤਲ ਤੇ ਜੀਉਣ ਵਾਲਾ। ਲੇਕਿਨ ਪਾਸ਼ਕ ਨੇ ਕਿ ਜਿਸ ਮਨੁੱਖ ਨੇ ਕੇਵਲ ਬੁੱਧੀ ਨੂੰ, ਆਪਣੀ ਅਕਲ ਨੂੰ ਹੀ ਆਪਣੇ ਜੀਵਨ ਦਾ ਸੱਚ ਸਮਝ ਲਿਆ, ਉਹ ਮਨੁੱਖ ਕਦੇ ਵੀ ਪਰਮਾਤਮਾ ਦੇ ਨੇੜੇ ਨਹੀਂ ਪਹੁੰਚਦਾ। ਜੇ ਸੰਸਾਰੀ ਤੌਰ ਤੇ ਅਸੀਂ ਵੇਖਦੇ ਹਾਂ ਤੇ ਸੰਸਾਰ ਵਿੱਚ ਜਿਹੜਾ ਕੰਮ, ਜਿਹੜਾ ਕਾਰਜ ਪਿਆ ਹੁੰਦਾ, ਉਹ ਕੇਵਲ ਅਕਲ ਤੇ ਬੁੱਧੀ ਦੇ ਤੌਰ ਤੇ ਹੈ। ਹੁਣ ਜੇ ਮਨੁੱਖ ਕੋਲ ਅਕਲ ਹੈ ਤਾਂ ਹੀ ਉਹਨੇ ਕੰਮ ਸਾਰੇ ਕਰਨੇ ਨੇ। ਜੇ ਮਨੁੱਖ ਕਾਰੋਬਾਰ ਪਿਆ ਕਰਦਾ ਤਾਂ ਵੀ ਬੁੱਧੀ ਅਕਲ ਚਾਹੀਦੀ ਹੈ। ਜੇ ਇਹਨੇ ਵਿਦਿਆ ਨੂੰ ਹਾਸਲ ਕਰਨਾ ਤਾਂ ਵੀ ਅਕਲ ਚਾਹੀਦੀ ਆ। ਅਕਲ ਦੇ ਨਾਲ ਹੀ ਮਨੁੱਖ ਨੇ ਇਹ ਸੰਸਾਰ ਦੇ ਵਿੱਚ ਜਿਤਨਾ ਕੋਈ ਵਿਸਥਾਰ ਹੋਇਆ ਕੀਤਾ, ਇਹ ਮਨੁੱਖ ਦੀ ਅਕਲ ਹੀ ਹੈ ਕਿ ਜਿਹੜਾ ਸਮੁੰਦਰ ਕੇਵਲ ਵਿਸ਼ਾਲ ਤੇ ਪਾਣੀ ਨਜ਼ਰ ਆਉਂਦਾ ਸੀ, ਇਸ ਨੇ ਆਪਣੇ ਬੁੱਧੀ ਦੇ ਤਲ ਤੇ ਉਹਦੇ ਵਿੱਚ ਖੋਜ ਕੀਤੀ, ਉਹਦੇ ਵਿੱਚ ਕੁਝ ਲੱਭਿਆ। ਇਹਨੇ ਆਪਣੇ ਅਕਲ ਤੇ ਬੁੱਧੀ ਦੇ ਤਲ ਤੇ ਜਿਹੜੇ ਕਈ ਦਿਨਾਂ ਦੇ ਸਫ਼ਰ ਸੀ, ਇੱਕ ਸ਼ਹਿਰ ਤੋਂ ਜਾਣ ਵਾਸਤੇ ਦੂਜੇ ਸ਼ਹਿਰ ਵਿੱਚ, ਜਾਂ ਕਹਿ ਲਓ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਜਾਣ ਵਾਸਤੇ ਕਈ ਦਿਨਾਂ ਦਾ ਜਿਹੜਾ ਸਫ਼ਰ ਸੀ, ਇਸ ਮਨੁੱਖ ਨੇ ਆਪਣੀ ਬੁੱਧੀ ਦੇ ਤਲ ਤੇ ਉਹਨੂੰ ਵੀ ਕੁਝ ਕੁ ਘੰਟਿਆਂ ਵਿੱਚ, ਕੁਝ ਕੁ ਪਾਰਾਂ ਦੇ ਵਿੱਚ ਮੁਕੰਮਲ ਕਰ ਲਿਆ। ਇੱਥੋਂ ਤੱਕ ਕਿ ਮਨੁੱਖ ਆਪਣੇ ਬੁੱਧੀ ਦੇ ਤਲ ਤੇ ਜੋ ਅਸਮਾਨ ਦੇ ਵਿੱਚ ਗ੍ਰਹਿ ਨਛੱਤਰ ਨਜ਼ਰ ਆਉਂਦੇ ਨੇ, ਜਿਨ੍ਹਾਂ ਦੀ ਸੋਚ ਹੀ ਕੇਵਲ ਮਨੁੱਖ ਕੋਲੋਂ ਹੁੰਦੀ ਸੀ ਕਿ ਆ ਕੁਝ ਇਹੋ ਜਿਹਾ ਹੋ ਸਕਦਾ, ਲੇਕਿਨ ਮਨੁੱਖ ਨੇ ਉੱਥੇ ਵੀ ਆਪਣੀ ਪਹੁੰਚ ਬਣਾ ਲਈ। ਇਹਨੇ ਖੋਜ ਕੀਤੀ ਬੁੱਧੀ ਦੇ ਤਲ ਤੇ ਚੰਦਰਮਾ ਕੀ ਹਨ, ਹੋਰ ਗ੍ਰਹਾਂ ਦੀ ਨਛੱਤਰਤਾ ਦੀ ਇਹਨੇ ਖੋਜ ਕੀਤੀ, ਬ੍ਰਹਮਾਂਡ ਦਾ ਵਿਸਥਾਰ ਇਹਨੇ ਜਾਣਿਆ। ਲੇਕਿਨ ਜਿਤਨਾ ਕੋ ਪਸਾਰਾ ਇਹਨੇ ਬਾਹਰ ਦਾ ਵੇਖਿਆ, ਇਹਨੇ ਬਾਹਰ ਦੀ ਸੋਚਾਂ ਨੂੰ, ਬਾਹਰ ਦੇ ਗਿਆਨ ਨੂੰ ਹਾਸਲ ਕੀਤਾ, ਉਤਨਾ ਹੀ ਮਨੁੱਖ ਅੰਦਰੋਂ ਖਾਲੀ ਹੁੰਦਾ ਗਿਆ। ਕਿਉਂਕਿ ਬਾਹਰ ਦਾ ਗਿਆਨ ਤੇ ਬੇਸ਼ੱਕ ਹਾਸਲ ਕਰ ਲਿਆ, ਲੇਕਿਨ ਮਨੁੱਖ ਨੇ ਆਪਣੇ ਅੰਦਰ ਦੀ ਜਿਹੜੀ ਅਵਸਥਾ ਸੀ, ਉਸ ਨੂੰ ਦਿਨੋਂ ਦਿਨ ਗਵਾ ਲਿਆ। ਹੁਣ ਵੇਖੋ ਪੁਰਾਤਨ ਸਮੇਂ ਤੱਕ ਕਿ ਜੇ ਕਿਸੇ ਬੱਚੇ ਨੇ ਵਿਦਿਆ ਹਾਸਲ ਕਰਨੀ, ਕਿਸੇ ਨੇ ਗਿਆਨ ਹਾਸਲ ਕਰਨਾ, ਤੇ ਕਈ ਕੋਹਾਂ ਤੇ ਜਿਹੜੇ ਵਿਦਿਆਲੇ ਪਾਠਸ਼ਾਲਾ ਬਣੇ ਹੁੰਦੇ ਸਨ, ਆਸ਼ਰਮ ਬਣੇ ਹੁੰਦੇ ਸੀ, ਕੋਈ 50 ਕੋਹ ਦੀ ਦੂਰੀ ਤੇ, ਕੋਈ 100 ਕੋਹ ਦੀ ਦੂਰੀ ਤੇ, ਤੇ ਉਹਨਾਂ ਆਸ਼ਰਮਾਂ ਦੇ ਵਿੱਚ, ਉਹਨਾਂ ਪਾਠਸ਼ਾਲਾ ਵਿਦਿਆਲਿਆਂ ਦੇ ਵਿੱਚ ਜਾਂਦੇ ਵੀ ਕੇਵਲ ਉਹੀ ਸੰਗਿਆ ਜਿਹੜੀ ਉੱਚ ਜਾਤ ਨੇ, ਜਾਂ ਕਹਿ ਲਓ ਜਿਹੜੇ ਮਾਇਆ ਕਰਕੇ ਸੰਪੰਨ ਸਨ। ਆਮ ਮਨੁੱਖ ਦੀ ਪਹੁੰਚ ਵਿਦਿਆ ਤੱਕ ਨਹੀਂ ਸੀ। ਲੇਕਿਨ ਜਿਉਂ-ਜਿਉਂ ਸੰਸਾਰ ਦੇ ਵਿੱਚ ਵਿਸਥਾਰ ਹੋਇਆ, ਹੁਣ ਆਪਾਂ ਤੱਕਦੇ ਹਾਂ ਜਗ੍ਹਾ ਜਗ੍ਹਾ ਤੇ ਸਕੂਲ, ਕਾਲਜ, ਯੂਨੀਵਰਸਿਟੀਆਂ ਬਣ ਗਈਆਂ, ਕਿਉਂਕਿ ਬੌਧਿਕ ਤਲ ਤੇ ਮਨੁੱਖ ਨੇ ਬਹੁਤ ਗਿਆਨ ਹਾਸਲ ਕਰ ਲਿਆ। ਲੇਕਿਨ ਜਿਤਨਾ ਬਾਹਰੋਂ ਗਿਆਨ ਹਾਸਲ ਕੀਤਾ, ਉਤਨਾ ਹੀ ਇਹ ਮਨੁੱਖ ਅੰਦਰੋਂ ਹੰਕਾਰੀ ਹੁੰਦਾ ਗਿਆ, ਤੇ ਜਿਤਨਾ ਅੰਦਰੋਂ ਹੰਕਾਰੀ ਹੋਇਆ, ਉਤਨਾ ਹੀ ਪਰਮਾਤਮਾ ਦੇ ਪ੍ਰਤੀ
उस अकाल पुरख दे प्रति इहदियां सोचां इहदियां विचारां पूर्ण तौर पर सही तरीके नाल पहुंचिया ने। ज्यों ज्यों मनुख ने ज्ञान हासिल किया, इन्हें परमात्मा के प्रति हुजतां शुरू कर दित्तियां। परमात्मा की होंद नूं मनण तो भी इनकारी हो गया। लेकिन पातशाह कहने कि बाहर का ज्ञान तेनों बेशक संसार के तालों बहुत दिवाएगा, क्योंकि बाहर के संसार के ज्ञान तो बिना कुछ हासिल भी नहीं होना। क्योंकि जितनियां चतुराइयां सियाणपां ये मनुख इस्तेमाल करदा, उहदे नाल संसार दे विच इहनूं ज्ञान हासिल होया, लेकिन अंदरों तौल ते खाली हो गया। ते बाबा कबीर जी दे एक बचन आउंदा, पातशाह बचन करदे ने गुरु ग्रंथ साहिब दी पवित्र बाणी विच, कहने कि मनुख ने ज्ञान हासिल किया, लेकिन ये ज्ञान ते एक दीवे की तरह कि जिवें दीवा घर नूं चानण दिंदा, घर विच रोशनी करदा, लेकिन जे मनुख उस दीवे दे नाल अपने घर नूं अग ला बैठे तो उस दीवर दे चानण दा की करना। कहने कि परमात्मा ने विद्या बनाई सानू अकल बख्शण वास्ते कि इहदे नाल विद्या दे नाल कुछ ज्ञान हासिल करिए, लेकिन ज्ञान नूं हासिल करके जदों हंकार अंदर ले बैठा मनुख परमात्मा के प्रति हुजतां शुरू कर दित्तियां, ते पातशाह कहने कि इहदी अवस्था तो उही बन गई कि हाथ विच ते दीवा है, लेकिन जिवें बंदे दे हाथ विच होवे दीवा हनेरी विच चलदे होए, दीवे दे चानण अगे हाथ दी तली दे उपर लेकिन खूह दे विच डिग पवे, कहने कि दीवे दा अर्थ की होया फिर? क्योंकि दीवा तो इस करके सी ना कि राह विच चानण तेनूं मिले, लेकिन दीवा हाथ दी तली दे उपर रख के भी जे तू खूह दे विच छाल मारनी सी ते दीवा रखण दा फायदा की? पातशाह कहने कि परमात्मा ने तेनों ज्ञान का दीवा दिता, लेकिन उस ज्ञान के नाल तू आप खूह दे विच छाल मारदा पिया, क्योंकि अपने अंदर हौमियां नूं, हुजतां नूं, विकारां नूं, अहंकार नूं एकत्र कर लिया। बाबा कबीर जी का बचन कहने कि कबीर मन जानै सब बात, जानत ही अवगुण करे। कहने कि मन सारा जानदा, लेकिन जानते हुए भी अवगुणा वाले पासे विचरिया। कबीर मन जानै सब बात, जानत ही अवगुण करे, काहे कि कुसलात हाथ दीप कुएं परे। कहने कि अवस्था तो वह बन गई कि हाथ के उपर दीवा, लेकिन छाल खूह दे विच मारदा पिया। मेरे पातशाह कहने कि तू संसार के ज्ञान के नाल बाहर तेरी तरक्की तो हासिल कर लेंगा, लेकिन रब परमात्मा जिहड़ा वो चतुराइयां दे नाल सियाणपां दे नाल नहीं मिलदा। क्योंकि पातशाह कह रहे ने, बचन कर रहे कि मन सगल सियाणप रही, कि रब दे नेड़े उदों तक पहुँच नहीं जदों तक मन दे विच चतुराइयां सियाणपां ने। असीं जपजी साहिब दा पाठ करदे हां ना, ते गुरु नानक नाम दी सिख संगतां जितने भी ने बहुतात गिणती विच जपजी साहिब दा पाठ किया जाता। ते जपजी साहिब दी पहली पौड़ी नूं वाचीए ना, ते मेरे सतगुरु धन गुरु नानक देव पातशाह दे बचन ने, कहने कि सहस सियाणपा लाखो है तां एक ना चला नाल। कहने कि अकल ते चतुराइयां जितनियां मर्जियां होण, लेकिन इन्हां चतुराइयां ते अकलां दे नाल कदे भी कोई रब दे दर ते पहुंचिया नहीं। सतगुरु जी इस करके बचन करदे ने कि सज्जणा, जे तू आत्मक तल ते कुछ हासिल करना ना, ते अपनी हुजतां नूं, अपनी चतुराइयां नूं दूर कर, क्योंकि बाहर दियां हुजतां, बाहर दियां चतुराइयां तेरे अंदर नूं मलीन पिया करदियां ने। पातशाह कहने कि गुरमत साची हुजत दूर, बहुत सियाणप लागा धूर। कहने कि जो बहुती सियाणप होवे ना, उस परमेश्वर की होंद के प्रति मनुख जो किंतु परंतु करता केवल अपने ज्ञान के तल ते पातशाह कहने कि ये तो इदा ही आ कि अपने आप को तू धूड़ दे नाल मलीन पिया करता, हासिल फिर भी कुछ नहीं होया। बाबा कबीर जी के बचन ने, कहने कि रे जन मन माधो स्यों लाइए, चतुराई ना चतुर भुज पाइए। कहने कि सज्जणा, कहने कि अपने मन नूं परमात्मा दे नाल ते ला, लेकिन उत्थे मन लाउण तो पहला ये सोच ले कि उत्थे तेरी चतुराइयां दे सियाणपां दा कोई काम नहीं। उत्थे जे तू कुछ हासिल करना ना, ते अपनी इन्हां चतुराइयां नूं छड्ड दे।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬਚਨ ਆਉਂਦਾ ਸੁਖਮਨੀ ਸਾਹਿਬ ਦੇ ਵਿੱਚ ਸਲੋਕ ਆ। ਪਾਤਸ਼ਾਹ ਨੇ ਬਚਨ ਕੀਤੇ ਨੇ ਕਿ ਸਿਆਣਪ ਅਤੇ ਚਤਰਾਈ ਕੀ ਹੈ। ਪਾਤਸ਼ਾਹ ਕਹਿੰਦੇ ਕਿ ਇੱਕ ਚੀਜ਼ ਨੂੰ ਆਪਣੋਂ ਅੰਦਰ ਦੂਰ ਕਰ ਤੇ ਇੱਕ ਚੀਜ਼ ਨੂੰ ਆਪਣੇ ਅੰਦਰ ਵਸਾ। ਇੱਕ ਨੂੰ ਦੂਰ ਕਰੇਗਾ, ਇੱਕ ਤੇਰੇ ਕੋਲ ਹਾਸਲ ਹੋਏਗੀ, ਤੇ ਕਹਿੰਦੇ ਕਿ ਤਿੰਨ ਚੀਜ਼ਾਂ ਤੇਰੇ ਜੀਵਨ ਵਿੱਚ ਹੋ ਜਾਣਗੀਆਂ। ਉਹ ਕਿਹੜਾ ਬਚਨ? ਪਾਤਸ਼ਾਹ ਕਹਿੰਦੇ ਕਿ ਭਾਈ ਪਹਿਲੀ ਗੱਲ ਕਿ ਜਿਹੜੀ ਤੇਰੀ ਚਤਰਾਈ, ਜਿਹੜੀ ਤੇਰੀ ਸਿਆਣਪ ਆ, ਇਹਨੂੰ ਛੱਡ ਦੇ। ਕਿਉਂਕਿ ਸਿਆਣਪ ਕਰਕੇ, ਚਤਰਾਈ ਕਰਕੇ ਤੂੰ ਉਹਦੇ ਕੋਲ ਪਹੁੰਚਣਾ ਨਹੀਂ। ਆ ਚਤਰਾਈਆਂ ਨੇ ਨਾ, ਅੱਜ ਮਨੁੱਖ ਸਿੱਖੀ ਤੋਂ ਦੂਰ ਹੁੰਦਾ ਜਾ ਰਿਹਾ, ਦੇਹਧਾਰੀਆਂ ਦੇ ਪਿੱਛੇ ਭਟਕਦਾ, ਤੇ ਦੇਹਧਾਰੀ ਸੰਤਾਂ ਕੋਲ, ਬਾਬਾ ਜੀ ਕੋਲ ਜਾ ਕੇ ਇਹ ਸੋਚਦਾ ਕਿ ਮੈਂ ਆਤਮਿਕ ਜੀਵਨ ਦੇ ਵਿੱਚ ਹਾਸਲ ਕਰ ਰਿਹਾ। ਲੇਕਿਨ ਪਾਤਸ਼ਾਹ ਕਹਿੰਦੇ ਕਿ ਵੇਖ ਚਤਰਾਈਆਂ ਤੇ ਬਹੁਤ ਨੇ, ਲੇਕਿਨ ਇਹ ਜਿਹੜੇ ਸੰਸਾਰ ਦੇ ਤੂੰ ਕਾਰਨਾਮੇ ਪਿਆ ਕਰਦਾ ਨਾ, ਅੱਜ ਜਿਹੜੀ ਤੇਰੀ ਸੋਚ ਫੁਰੀ ਹੈ ਕਿ ਮੈਨੂੰ ਦੇਹਧਾਰੀ ਦੀ ਅਤ ਲੋੜ ਹੈ, ਦੇਹਧਾਰੀ ਤੋਂ ਬਿਨਾਂ ਕੰਮ ਨਹੀਂ ਚੱਲਣਾ। ਪਾਤਸ਼ਾਹ ਕਹਿੰਦੇ ਕਿ ਨਹੀਂ, ਕਿਉਂਕਿ ਦੇਹਧਾਰੀਆਂ ਦੇ ਪਿੱਛੇ ਚੱਲ ਕੇ, ਸੰਤਾਂ ਬਾਬਿਆਂ ਮਹਾਂਪੁਰਖਾਂ ਦੇ ਪਿੱਛੇ ਜਿਹੜੇ ਆਪਣੇ ਆਪ ਦੇ ਵਿੱਚ ਬਣੇ ਨੇ, ਰੱਬ ਦੀ ਨਜ਼ਰ ਵਿੱਚ ਨਹੀਂ, ਆਪਣੇ ਆਪ ਨੂੰ, ਕਹਿੰਦੇ ਕਿ ਉਹਨਾਂ ਦੇ ਪਿੱਛੇ ਲੱਗ ਕੇ ਤੂੰ ਉਹਨਾਂ ਦੀ ਚਤਰਾਈ ਤੇ ਉਹਨਾਂ ਦੀ ਸਿਆਣਪਾ ਦਾ ਤੂੰ ਆਪ ਗੁਲਾਮ ਬਣ ਜਾਏਗਾ। ਪਾਤਸ਼ਾਹ ਕਹਿੰਦੇ ਕਿ ਜੇ ਕੁਝ ਹਾਸਲ ਕਰਨਾ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਹੁਣ ਵੇਖੋ, ਤਜੋ ਸਿਆਣਪ ਸੁਰਜਨੋ, ਸਿਆਣੇ ਜਨੋ। ਕਹਿੰਦੇ ਕਿ ਹੇ ਸਿਆਣੇ ਮਨੁੱਖ, ਸੂਝਵਾਨ ਮਨੁੱਖ, ਕਹਿੰਦੇ ਕਿ ਇੱਕ ਕੰਮ ਕਰਕੇ ਇੱਕ ਸਿਆਣਪ ਨੂੰ ਆਪਣੇ ਅੰਦਰੋਂ ਕੱਢ ਦੇ। ਤੇ ਕਰ ਕੀ? ਕਹਿੰਦੇ ਕਿ ਸਿਮਰੋ ਹਰ ਹਰ ਰਾਏ। ਕਹਿੰਦੇ ਕਿ ਫਿਰ ਤੂੰ ਪਰਮਾਤਮਾ ਨੂੰ ਸਿਮਰ, ਤੇ ਫਿਰ ਉਹਦੇ ਬਾਅਦ ਇੱਕ ਚੀਜ਼ ਨੂੰ ਆਪਣੇ ਅੰਦਰ ਧਾਰਨ ਕਰ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਉ ਜਾਏ। ਕਹਿੰਦੇ ਕਿ ਤੂੰ ਸਿਆਣਪ ਨੂੰ ਛੱਡ ਦੇ, ਇੱਕ ਪਰਮੇਸ਼ਵਰ ਦੀ ਆਸ ਨੂੰ ਆਪਣੇ ਅੰਦਰ ਰੱਖ ਲੈ, ਧਾਰਨ ਕਰ ਲੈ, ਤੇ ਤਿੰਨ ਚੀਜ਼ਾਂ ਤੇਰੇ ਅੰਦਰ ਦੀਆਂ, ਦੁੱਖ ਭਰਮ ਤੇ ਭਉ, ਕਹਿੰਦੇ ਕਿ ਤੇਰੇ ਦੁੱਖ ਵੀ ਜਾਣਗੇ। ਜਿਹੜੇ ਸੰਸਾਰ ਦੇ ਭਰਮਾਂ 'ਚ ਪਿਆ ਹੋਇਆ ਕਿ ਰੱਬ ਨੂੰ, ਉਹਦੀ ਹਸਤੀ ਨੂੰ ਮੰਨਣ ਤੋਂ ਇਨਕਾਰ ਪਿਆ ਕਰਦਾ, ਉਹ ਭਰਮ ਵੀ ਤੇਰੇ ਮਿਟਣਗੇ, ਤੇ ਭਉ, ਤੇਰਾ ਡਰ ਵੀ ਖਤਮ ਹੋ ਜਾਏਗਾ। ਕਿਉਂਕਿ ਤਿੰਨ ਚੀਜ਼ਾਂ ਹੀ ਸੰਸਾਰ ਵਿੱਚ ਰਹਿੰਦੀਆਂ ਮਨੁੱਖ ਨੂੰ ਸਤਾਉਂਦੀਆਂ ਨੇ। ਇੱਕ ਸੰਸਾਰ ਦਾ ਦੁੱਖ, ਦੂਜਾ ਭਰਮਾਂ ਵਿੱਚ ਰਹਿਣਾ, ਤੇ ਤੀਜਾ ਡਰ। ਦੁੱਖ ਜਦੋਂ ਜੀਵਨ ਵਿੱਚ ਵਾਪਰਦਾ, ਆਪਾਂ ਸੌਖਾ ਰਸਤਾ ਲੱਭਦੇ ਹਾਂ ਕਿ ਕੋਈ ਸਿਆਣਪਾ ਦੇ ਨਾਲ, ਚਤਰਾਈਆਂ ਦੇ ਨਾਲ ਇਹੋ ਜਿਹਾ ਕੰਮ ਕਰੀਏ ਕਿ ਦੁੱਖ ਖਤਮ ਹੋ ਜਾਣ। ਭਰਮ ਨੂੰ ਇਸ ਕਰਕੇ ਪਾਲਿਆ ਹੋਇਆ ਕਿ ਬਾਕੀ ਸਾਰਾ ਕੁਝ ਅਸੀਂ ਮੰਨਦੇ ਪਏ, ਲੇਕਿਨ ਰੱਬ ਦੀ ਹੋਂਦ ਨੂੰ ਮੰਨਣ ਵਾਸਤੇ ਤਿਆਰ ਨਹੀਂ। ਤੇ ਭਰਮ ਤੇ ਭਉ ਤੇ ਹਰ ਚੀਜ਼ ਦਾ, ਭਉ ਦਾ ਅਰਥ ਡਰ, ਕਿ ਅੱਜ ਧਨ ਹੈ ਤੇ ਡਰ ਲੱਗਿਆ ਰਹਿੰਦਾ ਕਿ ਮੇਰੇ ਕੋਲ ਧਨ ਨਾ ਰਿਹਾ ਤਾਂ ਕੀ ਹੋਣਾ। ਅੱਜ ਮੇਰੇ ਬੱਚੇ ਨੇ ਕੱਲ੍ਹ ਜਵਾਨ ਹੋ ਗਏ, ਮੇਰੇ ਸਾਹਮਣੇ ਮੂੰਹ ਅੜ ਕੇ ਮੇਰੇ ਸਾਹਮਣੇ ਜਵਾਬ ਦੇਣ ਕਿ ਮੇਰੀ ਇੱਜ਼ਤ ਨਾ ਕਰਨਗੇ ਤਾਂ ਕੀ ਹੋਏਗਾ। ਤੇ ਸਾਰਿਆਂ ਤੋਂ ਵੱਡਾ ਡਰ ਹੀ ਮਨੁੱਖ ਦੇ ਅੰਦਰ ਹੈ ਮੌਤ ਦਾ। ਕਹਿੰਦੇ ਕਿ ਮੌਤ ਇੱਕ ਡਰ ਹੈ, ਇਹ ਭਉ ਹੈ। ਲੇਕਿਨ ਪਾਤਸ਼ਾਹ ਕਹਿੰਦੇ ਕਿ ਜਦੋਂ ਤੂੰ ਸਿਆਣਪ ਨੂੰ ਛੱਡ ਕੇ ਗੁਰੂ ਦੀ ਮੱਤ ਨੂੰ ਹਾਸਲ ਕਰੇਗਾ ਤੇ ਪਰਮਾਤਮਾ ਦਾ ਸਿਮਰਨ ਤੇਰੇ ਅੰਦਰ ਹੋਏਗਾ। ਤੇ ਜਦੋਂ ਸਿਮਰਨ ਅੰਦਰ ਹੋਏਗਾ ਤੇ ਪਾਤਸ਼ਾਹ ਕਹਿੰਦੇ ਕਿ ਇੱਕ ਪਰਮੇਸ਼ਵਰ ਦੇ ਉੱਪਰ ਤੇਰੀ ਆਸ ਬਣਨੀ ਹੈ। ਇੱਕ ਦੇ ਉੱਪਰ ਆਸ ਬਣੀ ਤੇ ਇਹ ਤਿੰਨੇ ਚੀਜ਼ਾਂ, ਦੁੱਖ ਭਰਮ ਤੇ ਭਉ, ਤੇਰੀ ਅੰਦਰ ਦੇ ਖਤਮ ਹੋ ਜਾਣਗੇ। ਸਤਿਗੁਰੂ ਜੀ ਫਿਰ ਬਚਨ ਕਰਦੇ, ਮਨ ਸਗਲ ਸਿਆਣਪ ਰਹੀ, ਕਰਨ ਕਰਾਵਨ ਹਾਰ ਸੁਆਮੀ ਨਾਨਕ ਓਟ ਗਈ। ਕਹਿੰਦੇ ਕਿ ਮਨ ਇੱਕ ਗੱਲ ਚੇਤੇ ਰੱਖ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਰਨ ਕਿ ਮਨਾ, ਜਿਹੜੇ ਇੱਕ ਕਰਨ ਤੇ ਕਰਾਵਨ ਹਾਰ ਪਰਮਾਤਮਾ ਜਿਹੜਾ ਕਰ ਸਕਦਾ ਤੇ ਕਰਾ ਸਕਦਾ। ਹੁਣ ਮਨੁੱਖ ਨਾ ਤੇ ਕਰ ਸਕਦਾ ਆਪਣੀ ਮਰਜ਼ੀ ਦੇ ਨਾਲ, ਦੇ ਤਾਂ ਹੀ ਸੰਸਾਰ ਦੇ ਵਿੱਚ ਕੁਝ ਕਰ ਸਕਦਾ। ਹੁਣ ਕੇਵਲ ਪਰਮੇਸ਼ਵਰ ਦੇ ਅੰਦਰ ਇਹ ਤਾਕਤ ਹੈ ਕਿ ਉਹ ਆਪਣੀ ਮਰਜ਼ੀ ਦੇ ਨਾਲ ਚਾਹੁੰਦਾ ਜੋ ਮਰਜ਼ੀ ਉਹ ਕਰ ਵੀ ਸਕਦਾ ਤੇ ਕਰਾ ਵੀ ਸਕਦਾ। ਉਹ ਚਾਹਵੇ ਤੇ ਇੱਕ ਪਲ ਦੇ ਵਿੱਚ ਕੁਝ ਦਾ ਕੁਝ ਕਰ ਸਕਦਾ, ਤੇ ਚਾਹਵੇ ਤੇ ਜਿਹੜੀ ਸਾਡੀ ਮਰਜ਼ੀ ਦੇ ਵਿਰੁੱਧ ਹੋਵੇ ਉਹ ਕਾਰਜ ਵੀ ਪਰਮਾਤਮਾ ਕਰਾ ਸਕਦਾ। ਪਾਤਸ਼ਾਹ ਬਚਨ ਕਰਨ ਕਿ ਪ੍ਰਭੂ ਜਿਹੜਾ ਸਾਰੇ ਕਰਨ ਕਰਾਵਣ ਹਾਰ ਹੈ, ਜੋ ਆਪ ਵੀ ਕਰਦਾ ਤੇ ਲੋਕਾਂ ਤੋਂ, ਮਨੁੱਖ ਤੋਂ ਜੋ ਮਰਜ਼ੀ ਕਰਾ ਵੀ ਸਕਦਾ। ਕਹਿੰਦੇ ਕਿ ਮਨ ਉਸ ਪਰਮੇਸ਼ਵਰ ਦੇ ਨੇੜੇ ਪਹੁੰਚਣਾ ਤੇ ਆਪਣੀ ਸਿਆਣਪਾਂ ਨੂੰ ਛੱਡ ਦੇ, ਕਿਉਂਕਿ ਸਿਆਣਪਾਂ ਕਰਕੇ ਤੇਰੇ ਅੰਦਰ ਦੀ ਦੂਰੀ ਬਣੀ ਹੈ। ਸਿਆਣਪਾਂ ਕਰਕੇ ਹੀ ਤੂੰ ਰੱਬ ਤੋਂ, ਪਰਮਾਤਮਾ ਤੋਂ ਵਿਛੜਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਨੂੰ ਜਦੋਂ ਵਾਚਦੇ ਹਾਂ ਨਾ,
ਤੇ ਸਤਿਗੁਰਾਂ ਦੇ ਪਵਿੱਤਰ ਬਚਨ 100 ਸਾਖੀ ਦੇ ਵਿੱਚ ਆਉਂਦੇ, ਉੱਥੇ ਇੱਕ ਸਾਖੀ ਲਿਖੀ ਹੈ। ਇੱਕ ਸਾਖੀਕਾਰ ਨੇ ਤੇ 100 ਸਾਖੀ ਦੇ ਵਿਦਵਾਨ ਨੇ ਸਾਖੀ ਲਿਖੀ ਆ। ਕਹਿੰਦੇ ਕਿ ਅਸਲ ਵਿੱਚ ਸਿਆਣਪ ਤੇ ਚਤਰਾਈ ਹੈ ਕੀ, ਤੇ ਗੁਰੂ ਕਿਵੇਂ ਸਿਆਣਪਾਂ ਤੇ ਚਤਰਾਈ ਨੂੰ ਛੱਡਣ ਵਾਲੇ ਨੂੰ ਆਪਣੇ ਅੰਦਰ ਆਪਣੇ ਨਾਲ ਜੁੜਦਾ। ਕਹਿੰਦੇ ਕਿ ਅਨੰਦਪੁਰ ਸਾਹਿਬ ਦੀ ਧਰਤੀ, ਇੱਕ ਵਾਰੀ ਇੱਕ ਇਲਾਕੇ ਦੀ ਸੰਗਤ ਉੱਥੇ ਆਈ ਹੈ। ਉਹ ਸੰਗਤ ਦਾ ਜਥੇਦਾਰ ਸੰਗਤ ਆ ਕੇ ਟਿਕੀ, ਦਰਸ਼ਨ ਕੀਤੇ। ਦਰਸ਼ਨ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਹੱਥ ਮੱਥਾ ਟੇਕੇ। ਕਹਿੰਦੇ ਕਿ ਪਾਤਸ਼ਾਹ, ਜੇ ਸੱਚਿਆ ਹੋਇਆ ਤੇ ਕੇਵਲ ਤੇਰਾ ਨਾਮ, ਤੇਰੀ ਬਾਣੀ, ਬਾਕੀ ਸੰਸਾਰ ਸਾਰਾ ਝੂਠ ਕੂੜ। ਤੇਰੇ ਤੋਂ ਬਿਨਾਂ ਕੁਝ ਸੱਚ ਜਾਪਦਾ ਹੀ ਨਹੀਂ ਪਾਤਸ਼ਾਹ, ਤੂੰ ਹੀ ਸੱਚਾ, ਤੇਰੇ ਚਰਨ ਸੱਚੇ ਨੇ, ਤੇਰੇ ਚਰਨਾਂ ਵਿੱਚ ਸਾਨੂੰ ਥਾਂ ਬਖਸ਼। ਸਤਿਗੁਰਾਂ ਨੇ ਬਚਨ ਕੀਤਾ, ਕੋਈ ਗੱਲ, ਰੱਬ ਚੇਤੇ ਆਵੇ। ਕਹਿੰਦੇ ਕਿ ਸੰਗਤਾਂ ਉੱਥੇ ਟਿਕੀਆਂ। ਹੁਣ ਰੋਜ਼ ਜਦੋਂ ਵੀ ਉਸ ਸੰਗਤ ਨੇ ਆਉਣਾ, ਜਥੇਦਾਰ ਨੇ ਆਉਣਾ, ਆ ਕੇ ਕਹਿੰਦਾ ਕਿ ਪਾਤਸ਼ਾਹ, ਇਹ ਸਾਰੀ ਸੰਸਾਰ ਝੂਠੀ ਹੈ, ਕੂੜੀ ਹੈ, ਕੇਵਲ ਤੂੰ ਸੱਚਾ। ਅੱਖਾਂ ਵਿੱਚ ਕਈ ਵਾਰੀ ਪਾਣੀ ਵੀ, ਹੰਝੂ ਵੀ ਆ ਜਾਣਾ। ਹੁਣ ਵੇਖੋ, ਕਈ ਵਾਰੀ ਹੁੰਦਾ ਕਿ ਬੰਦਾ ਜਿਹਦੇ ਅੰਦਰ ਪ੍ਰੀਤ ਹੋਵੇ, ਇੱਕ ਵਾਰੀ ਅਰਦਾਸ ਕਰਤੀ, ਲੇਕਿਨ ਜੇ ਬਾਰ-ਬਾਰ ਬੰਦਾ ਉਹਨੇ ਉਸੇ ਗੱਲ ਨੂੰ ਦੁਹਰਾਈ ਜਾਵੇ ਨਾ, ਤੇ ਉਹ ਨਿਸ਼ਾਨੀ ਹੁੰਦੀ ਹਉਮੈ ਦੀ, ਅੰਦਰ ਦੇ ਖਾਲੀਪਨ ਦੀ, ਅੰਦਰ ਦੀ ਅਗਿਆਨਤਾ ਦੀ। ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਕਿ ਕੋਈ ਗੱਲ ਨਹੀਂ। ਤੇ ਸਤਿਗੁਰਾਂ ਨੇ ਸਿੱਖ ਨੂੰ ਬੁਲਾਇਆ ਤੇ ਬਚਨ ਕੀਤਾ ਕਿ ਇਹ ਜਿਹੜੀ ਸੰਗਤ ਆਈ ਨਾ ਇਲਾਕੇ ਦੀ, ਸਾਡੇ ਹੁਕਮ ਤੋਂ ਬਿਨਾਂ ਇਹਨਾਂ ਨੂੰ ਇੱਥੋਂ ਅਨੰਦਪੁਰ ਸਾਹਿਬ ਤੋਂ ਜਾਣ ਨਹੀਂ ਦੇਣਾ। ਕਹਿੰਦੇ ਕਿ ਜਦੋਂ ਤੱਕ ਅਸੀਂ ਬਚਨ ਨਾ ਕਰੀਏ, ਇਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿਣ। ਸਤਿਗੁਰਾਂ ਦੇ ਸਿੱਖ ਨੇ ਸਤ ਬਚਨ ਕਿਹਾ। ਹੁਣ ਉਹ ਸੰਗਤਾਂ ਕੁਝ ਕੁ ਦਣੀਆਂ ਤੇ ਜਦੋਂ ਜਾਣ ਦਾ ਨਾਂ ਲਿਆ ਕਿ ਸਤਿਗੁਰੂ ਜੀ ਆਗਿਆ ਬਖਸ਼ੋ, ਤੇ ਸਤਿਗੁਰਾਂ ਨੇ ਮਨਾ ਕਰ ਦਿੱਤਾ। ਕਹਿੰਦੇ ਕਿ ਨਹੀਂ ਜੀ, ਕੁਝ ਦਿਨ ਹੋਰ ਟਿਕੋ। ਸਤਿਗੁਰਾਂ ਦਾ ਬਚਨ ਸੀ, 2-4 ਦਿਨ ਹੋਰ ਟਿਕੇ। ਜਦੋਂ ਜਾਣ ਦੀ ਗੱਲ ਕਰਨੀ ਤੇ ਸਤਿਗੁਰਾਂ ਨੇ ਬਚਨ ਕੀਤਾ, ਹਾਲੇ ਟਿਕੋ। ਹੁਣ ਜਦੋਂ ਮਨ ਵਿੱਚ ਇਹ ਸੋਚਿਆ, ਉਹਨਾਂ ਲੋਕ ਜਿਹੜੇ ਸੰਗਤਾਂ ਆਈਆਂ ਸਨ, ਕਹਿੰਦੇ ਕਿ ਹੁਣ ਇਤਨੇ ਦਿਨ ਆ ਗਏ, ਘਰ ਤੋਂ ਵਿਛੜੇ ਨੇ। ਹੁਣ ਜਿਹੜੇ ਘਰ ਨੂੰ ਛੱਡ ਕੇ ਆਏ ਨੇ ਸਾਰੇ, ਜਿਹੜੇ ਕਹਿੰਦੇ ਕਿ ਗੁਰੂ ਦੀ ਸੇਵਾ ਕਰਨੀ ਹੈ, ਹੁਣ ਸਾਰਿਆਂ ਨੂੰ ਆਪਣਾ ਪਰਿਵਾਰ ਚੇਤਾ ਆਉਣ ਲੱਗ ਪਿਆ। ਕੋਈ ਕਹਿੰਦਾ ਕਿ ਮੈਂ ਘਰ ਆਪਣੇ ਬੱਚੇ ਛੱਡ ਕੇ ਆਇਆ, ਕੋਈ ਕਹਿੰਦਾ ਕਿ ਮੇਰੇ ਮਾਤਾ ਪਿਤਾ ਬਜ਼ੁਰਗ ਨੇ, ਉਹਨਾਂ ਦੇ ਕੀ ਬਣੇਗਾ, ਕੋਈ ਕਹਿੰਦਾ ਕਿ ਮੇਰੇ ਪਿੱਛੇ ਬੱਚੇ ਕਾਲੇ ਨੇ, ਉਹਨਾਂ ਦਾ ਕੀ ਬਣਨਾ। ਤੇ ਆਪਸ ਵਿੱਚ ਸਲਾਹ ਕਰਦੇ ਨੇ। ਕਹਿੰਦੇ ਕਿ ਇੱਥੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਲੜਾਈ ਝਗੜੇ ਬਹੁਤ ਹੁੰਦੇ ਨੇ, ਯੁੱਧ ਹੁੰਦੇ ਨੇ। ਕਹਿੰਦੇ ਕਿ ਕਿਤੇ ਇਹ ਨਾ ਹੋਵੇ ਅਸੀਂ ਕਿਸੇ ਜੰਗ ਵਿੱਚ, ਯੁੱਧ ਵਿੱਚ ਫਸ ਜਾਈਏ। ਕਹਿੰਦੇ ਕਿ ਇੱਥੋਂ ਨਿਕਲੀਏ। ਹੁਣ ਨਿਕਲੀਏ ਕਿਵੇਂ, ਕਿਉਂਕਿ ਜਦੋਂ ਵੀ ਜਾਂਦੇ ਤੇ ਸਿੱਖਾਂ ਨੇ ਮਨਾ ਕਰ ਦੇਣਾ ਕਿ ਸਤਿਗੁਰਾਂ ਦਾ ਬਚਨ ਤੁਸੀਂ ਜਾ ਨਹੀਂ ਸਕਦੇ। ਹੁਣ ਇਹਨਾਂ ਵਿੱਚ ਜਿਹੜਾ ਸੀ ਨਾ, ਇੱਕ ਸਾਰਿਆਂ ਤੋਂ ਸਿਆਣਾ, ਆਪਣੇ ਆਪ ਵਿੱਚ ਜਿਹੜਾ ਸਿਆਣਪਾ ਚਤਰਾਈਆਂ ਦੇ ਨਾਲ ਭਰਿਆ ਸੀ। ਕਹਿੰਦੇ ਕਿ ਹੁਣ ਇੱਕੋ ਇੱਕ ਰਸਤਾ, ਇੱਕ ਬਚਿਆ, ਇੱਕ ਕੰਮ ਕਰੀਏ ਕਿ ਆਪਾਂ ਇੱਦਾਂ ਕਰੀਏ ਕਿ ਇੱਕ ਸਿੱਖ ਨੂੰ ਪਾ ਲਈਏ ਮੰਜੇ ਦੇ ਉੱਪਰ, ਉਹਨੂੰ ਚਿੱਟੇ ਕੱਪੜੇ ਨਾਲ ਢੱਕ ਦਿਆਂਗੇ ਤੇ ਬਚਨ ਕਹਿ ਦਿਆਂਗੇ। ਕੋਈ ਪੁੱਛੇਗਾ ਤੇ ਕਹਾਂਗੇ ਕਿ ਜਿਹੜਾ ਸਿੱਖ ਸੀ ਗੁਰੂ ਘਰ ਚੜ੍ਹਾਈ ਕਰ ਗਿਆ ਤੇ ਇਹਨੂੰ ਸੰਸਕਾਰ ਵਾਸਤੇ ਲੈ ਕੇ ਜਾ ਰਹੇ ਹਾਂ, ਤੇ ਆਪਾਂ ਨਿਕਲੇ ਅੰਮ੍ਰਿਤ ਵੇਲੇ। ਕਿਸੇ ਨੇ ਸਾਨੂੰ ਵੇਖਣਾ ਨਹੀਂ, ਰੋਕਣਾ ਨਹੀਂ। ਜੇ ਪੁੱਛਿਆ ਤੇ ਅਸੀਂ ਕਹਿ ਦਿਆਂਗੇ ਕਿ ਸਿੱਖ ਚਲਾਣਾ ਕਰ ਗਿਆ, ਇਹਨੂੰ ਲੈ ਕੇ ਜਾ ਰਹੇ। ਜੇ ਸਿਆਣਪ ਦੀ ਗੱਲ ਸੀ, ਚਤਰਾਈ ਸੀ, ਬਹੁਤ ਮਤਾ ਪਾਸ ਹੋ ਗਿਆ ਕਿ ਕੱਲ ਸਵੇਰੇ ਇਦਾਂ ਹੀ ਕਰਨਾ। ਹੁਣ ਅੰਮ੍ਰਿਤ ਵੇਲਾ ਹੋਇਆ, ਸਾਰਿਆਂ ਨੇ ਕੀਤੀ ਤਿਆਰੀ। ਜਦੋਂ ਤਿਆਰੀ ਹੋਈ ਤੇ ਇੱਕ ਮਨੁੱਖ ਨੂੰ ਉਹਨਾਂ ਪਾ ਲਿਆ, ਮੰਜੇ ਦੇ ਉੱਪਰ ਲਿਟਾਇਆ, ਉੱਪਰ ਚਿੱਟਾ ਕੱਪੜਾ ਪਾ ਦਿੱਤਾ ਤੇ ਚੜ ਪਏ ਉੱਥੋਂ ਸਵੇਰੇ ਸਵੇਰੇ ਸਤਨਾਮ ਵਾਹਿਗੁਰੂ ਕਰਦੇ। ਇੱਧਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਣ ਹੀ ਜਾਣ। ਕਹਿੰਦੇ ਕਿ ਆਪਣੇ ਖੇਮੇ ਤੋਂ, ਕਹਿੰਦੇ ਕਿ ਉਸ ਸਥਾਨ ਤੇ ਜਿੱਥੇ ਸਤਿਗੁਰੂ ਸਿੰਘ ਬਾਹਰ ਨਿਕਲੇ, ਕਹਿੰਦੇ ਕਿ ਸਿੱਖਾਂ ਦੀ ਆਵਾਜ਼ ਪਈ ਆਉਂਦੇ, ਬਾਹਰ ਨਿਕਲੇ। ਸਤਿਗੁਰਾਂ ਨੇ ਵੇਖਿਆ, ਪੁੱਛਿਆ, ਕਹਿੰਦੇ ਕਿ ਸੱਜਣੋ ਪਿਆਰਿਓ ਕੀ ਹੋਇਆ। ਤੇ ਜਿਹੜਾ ਉਹਨਾਂ ਦਾ ਜਥੇਦਾਰ ਸੀ, ਸਿਆਣਪ ਦਾ ਪੁਤਲਾ, ਕਹਿੰਦਾ ਸੀ ਆਪਣੇ ਆਪ ਨੂੰ, ਕਹਿੰਦਾ ਕਿ ਪਾਤਸ਼ਾਹ, ਸਿੱਖ ਇੱਕ ਹੁਕਮ ਸੱਤ ਹੋ ਗਿਆ, ਚਲਾਣਾ ਕਰ ਗਿਆ। ਕਹਿੰਦੇ ਕਿ ਹੁਕਮ ਸੱਤ ਹੋ ਗਿਆ ਤੇ ਪਾਤਸ਼ਾਹ ਨੇ ਬਚਨ ਕੀਤਾ, ਭਾਈ ਫਿਰ ਇਤਨੇ ਸਵੇਰ ਕਿੱਥੇ। ਕਹਿੰਦੇ ਕਿ ਸਤਿਗੁਰੂ ਜੀ, ਇਹ ਜਿਹੜਾ ਸਿੱਖ ਸੀ ਨਾ, ਬੜਾ ਨੇਮੀ ਸੀ। ਇਹਨੇ ਅੰਮ੍ਰਿਤ ਵੇਲਾ ਕਦੇ ਵੀ ਆਪਣਾ ਹੱਥੋਂ ਖੁੰਝਾਇਆ ਨਹੀਂ। ਅੰਮ੍ਰਿਤ ਵੇਲੇ ਇਹਨੇ ਉੱਠਣਾ, ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਇਹਨੇ ਨਿਤਨੇਮ ਕਰਨਾ, ਫਿਰ ਵਾਹਿਗੁਰੂ ਜਪਣਾ। ਕਹਿੰਦੇ ਕਿ ਇਹਦੀ ਭਾਵਨਾ ਸੀ ਕਿ ਜਦੋਂ ਇਹ ਚੜ੍ਹਾਈ ਕਰੇਗਾ ਨਾ, ਇਹਨੇ ਕਿਹਾ ਸੀ ਕਿ ਮੈਂ ਚੜ੍ਹਾਈ ਕਰਾਂ, ਮੈਂ ਚਲਾਣਾ ਕਰਾਂ, ਤੇ ਮੇਰਾ ਜਿਹੜਾ ਸੰਸਕਾਰ ਹੈ ਉਹ ਵੀ ਅੰਮ੍ਰਿਤ ਵੇਲੇ ਕਰਨਾ।
सतगुरु जी वेख्या तो मुस्कुरा पे। बचन कीता कहने कि सिखा, जिहड़ा इतना प्यारा साडा सिख, अमृत वेले उठण वाला, अमृत वेले की संभाल करने वाला, अमृत वेले नितनेम करने वाला, उस सिख ने यह नहीं कहा सी कि जदों मैं चलाना करा तो मेरे चिखा नूं लांभू भी गुरु सतगुरु पातशाह आप अपने हाथों तो लाओ। कहने कि रख दो इत्थे चिखा नूं, तैयार करांगे चिखा तो आप अपने हाथों के नाल लावांगे लांभू। हुण जिहड़ा अंदर लेटिया होया सी ना, ਉਹਦਾ मन जिहड़ा धड़क के मूँह नूं जिवें आ गया। कहने कि हुण की बनना, जे वाकई चिखा दे उपर लिटा के मैनूं ला दित्ती अग तो मैं किधर जावांगा, मेरा तो बाल बच्चा पिछे, मैं तो तबाह हो जावांगा, उन्हां दी संभाल किने करनी है। लेकिन मन भी सोचा मना थोड़ी देर लेटा रवां, की पता मेरे नाल जे जिहड़े संगी साथी ने कोई रस्ता लभ लैण। कहने कि लेटिया रहा। सतगुरां ने सिखां नूं आवाज़ मारी, चिखा तैयार की। हुण चिखा तैयार हो गई तो जिहड़ा लेटिया होया सी मुरदा बनिया सी, वो कहना कि कोई जुगत कोई रस्ता लभ ही लैणगे। लेकिन जदों चिखा तैयार हो गई, लांभू लाउण दी आई वारी, तो हुण इहने सोचा कि हुण ते रस्ता कोई नहीं लभदा। कहना कि एकदम खप्पड़ नूं पाड़िया तो निकल के उठ के खड़ा होके कहना कि सतगुरु जी मैं जीउंदा, मेरे श्वास वाले चलदे ने। सतगुरु जी मुस्कुरा पे। जितनियां संगतां नाल खड़ियां वो सारियां हैरान हुईयां। सतगुरु जी मुस्कुरा पे। लेकिन जिहड़ा जथेदार सी ना उन्हां दा, ਉਹਦੇ अंदर हाले भी सियाणप ते चतराई। वो कहना कि पातशाह असीं ते अज्ञानता दे नाल भरे हाँ, साडे कोल ते इतनी सूझ नहीं, लेकिन घट्टो घट तुसीं ते सानूं नशा ना करदे, साडे उपर पर्दा पा लैंदे, तुसीं ते साडे लोकां दे सामने साडा इदां हासा ना बनाउंदे। ते सतगुरां ने बचन कीता, कहने कि प्यारिओ, जे अज तुसीं इत्थों निकल जांदे ना, इतों बाहर जाके तुसीं आप ही गुरु का मौजू बनाउणा सी, गुरु का मजाक उड़ाउणा सी कि जैसे हम वैसा साडा गुरु, असीं मुरदा बन के स्वांग रचा के आ गए तो गुरु ने किहड़ा पछाण लिया। कहने कि सजना हाले भी समा हाँ, अपने सियाणपां नूं अपनी चतराइयां नूं छड्ड दे। कहने कि जिस दिन तू अपनी चतराइयां नूं सियाणपां नूं छड्ड देगा, कहने कि उस दिन तू मैं मेरे चरणों में लीन हो जाएगा, तैनूं अपने अंदर समेट लियांगा, उस दिन तू मेरा सच्चा सिख बन जाएगा। सो पातशाह कहने कि चतराइयां ते सियाणपां दे नाल कदे किस नूं हासिल नहीं होया, भावें जितना मर्जी कर ली। पातशाह बचन करने कि मन सगल सियाणप रही, करन करावन हार स्वामी नानक ओट गही। कहने कि हे नानक, जिस मनुख ने करन ते करावन हार परमात्मा के चरणों की शरण ले लई, कहने कि उस मनुख के अंदर दी मन की सियाणपां जिहड़ियां चतराइयां ने वो खत्म हो जांदियां ने, मिट जांदियां ने। तो जदों अंदर दियां सियाणपां मिट जाण तो फिर परमात्मा की उस रब की सच्चे वाहिगुरू की कृपा भी वापरती, क्योंकि अंदर की सियाणप ही ना कि सानू चंचलता वाले पासे ले जाती हाँ। आप एक बच्चे नूं तकदे हाँ, बच्चे कोल कोमलता हाँ, बच्चे कोल इयाणापन हाँ, तो बच्चे के भोलेपन नूं वेख के हर कोई उहदे नाल प्यार करदा, उहदे नाल नेहों कर। लेकिन ज्यों ज्यों बच्चा वड्डा होना शुरू भी ना, ਉਹਦੇ अंदर फिर तब्दीली भी आउंदी हाँ। तो जदों समय के हिसाब के नाल बच्चा फिर वड्डा होवे, उम्र होवे, ज्ञान हासिल करके हंकारी भी बन जाए। लेकिन कदे सोचा कि ਉਹਦੇ अंदर कोमलता क्यों है? क्योंकि ਉਹਦੀ अपनी सियाणप नहीं। हालांकि बच्चा भोला है लेकिन हंकारी नहीं, लेकिन मनुख हंकारी है, अंदर का भोलापन नहीं। इहो ही कारण कि बच्चे के अंदर जिग्यासा होंदी कि मैं कुछ सीखां, कुछ हासिल करा। तो पातशाह कहते कि एक बच्चे की न्याय जो साडा अंदर बन गया ना, अंदर चतराइयां तो सियाणपां तो राहत हो गया, तो पातशाह कहते कि गुरु के नेड़े फिर ये मन टिकदा है, मन जुड़दा। अगले बचन मेरे पातशाह कहते कि आप मेट पए शरणाई, यह मत साधु कई। हुण वेखो पहली बचन कि गुरु ने सुमत दिती कि मन दियां सियाणपां नूं चतराइयां नूं छड्ड दे। ते अगले बचन पातशाह कहने कि यह मत साधु कही, कहने कि गुरु ने हुण मत दिती कि सजना जे तू रब दे परमात्मा दे नेड़े जाना तो तेनों अपने आप नूं मिटाउणा पएगा। अपने आप नूं मिटाउण दा अर्थ अंदर दी हौमे नूं छड्डण। सतगुरु जी कहने कि जदों अपने अंदर दे हौमे नूं छड्डांगे, अपने अंदर दी नाम दे कमाई करांगे, फिर अंदर नाम दा प्रकाश होना। अंदर दियां सियाणपां नूं छड्डण वास्ते सतगुरु जी करन किरपा कि सानूं इहो जिहा ज्ञान दा सुरमा बख्शण, इहो जिहा ज्ञान साडे अंदर टिकाउण,
ਜਿਹੜਾ ਬਾਹਰ ਦੇ ਬੌਧਿਕ ਤਲ ਤੇ ਨਾ ਹੋਵੇ, ਜਿਹੜੇ ਬਾਹਰ ਦੇ ਦੁਨੀਆ ਦੇ ਨਾਲ ਹੰਕਾਰ ਨੂੰ ਅੰਦਰ ਨਾ ਆਉਣ ਦੇਵੇ। ਉਹ ਗਿਆਨ ਅਸੀਂ ਹਾਸਲ ਕਰ ਲਈ ਜਦੋਂ ਅੰਦਰ ਦਾ ਗਿਆਨ, ਆਤਮਕ ਦਾ ਗਿਆਨ ਕਹਿੰਦੇ ਨੇ। ਤੇ ਜਦੋਂ ਅੰਦਰ ਆਤਮਾ ਦਾ ਗਿਆਨ ਵਸ ਗਿਆ ਤੇ ਮੇਰੇ ਪਾਤਸ਼ਾਹ ਕਹਿੰਦੇ ਕਿ ਰਹਿਮਤਾਂ ਦੇ ਦਰਵਾਜ਼ੇ ਖੁੱਲ੍ਹ ਜਾਣਗੇ। ਸੋ ਸਤਿਗੁਰੂ ਜੀ ਕਰਨ ਕਿਰਪਾ, ਜਿਹੜੇ ਬਚਨ ਪਾਤਸ਼ਾਹ ਨੇ ਅੱਜ ਕੀਤੇ ਨੇ ਆਪਣੇ ਜੀਵਨ ਦੇ ਵਿੱਚ ਕਮਾ ਸਕੇ, ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਕੇ ਗੁਰੂ ਕੇ ਦਰਗਾਹ ਵਿਖੇ ਸੁਰਖਰੂ ਹੋ ਕੇ ਜਾ ਸਕੇ। ਸੋ ਇਹਨਾਂ ਵਿਚਾਰਾਂ ਕਰਦਿਆਂ, ਬਾਣੀ ਪੜ੍ਹਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਸੋ ਸਾਧ ਸੰਗ ਬਖਸ਼ਣਯੋਗ ਹੈ, ਖਿਮਾ ਕਰਨਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।